ਜਿਹੜਾ ਆਪਣਾ ਇਲੈਕਸ਼ਨ ਹੋਇਆ ਇਹ ਇੱਕ ਲੜਾਈ ਸੀ। ਲੜਾਈ ਦੇ ਵਿੱਚ ਸਿੱਖ ਕੌਮ ਹਮੇਸ਼ਾ ਹਿੱਸਾ ਲੈਂਦੀ ਹੈ, ਬੇਸ਼ੱਕ ਉਸ ਦੀ ਸਰਕਾਰ ਹੋਵੇ ਜਾਂ ਨਾ ਹੋਵੇ। ਤੇ ਆਪਾਂ ਫਰਾਂਸ ਨੂੰ ਕਹਿ ਸਕਦੇ ਸੀਗੇ ਕਿ ਜਦੋਂ ਤੁਹਾਡੇ ਉੱਤੇ ਵਿਪਤਾ ਆਈ ਹੈ, ਪਹਿਲੇ ਸੰਸਾਰ ਦੇ ਜੰਗ ਦੇ ਵਿੱਚ ਤੇ ਦੂਜੇ ਸੰਸਾਰ ਦੇ ਜੰਗ ਦੇ ਵਿੱਚ, ਤਾਂ ਸਿੱਖਾਂ ਨੇ, ਫੌਜਾਂ ਨੇ ਤੁਹਾਨੂੰ ਜਰਮਨ ਦੀ ਹਕੂਮਤ ਤੋਂ ਰਿਹਾ ਕਰਾਇਆ। ਪਰ ਅਫਸੋਸ ਹੈ ਕਿ ਅੱਜ ਵੀ ਫਰਾਂਸ ਇਹ ਜਿਹੜੀ ਆਪਾਂ ਨੇ ਕੁਰਬਾਨੀ ਕੀਤੀ ਹੈ, ਜਿਹੜੇ ਅਹਿਸਾਨ ਫਰਾਂਸ ਦੇ ਉੱਤੇ ਚਾੜੇ ਹੈ, ਇਹ ਅਜੇ ਤੱਕ ਫਰਾਂਸ ਕਬੂਲ ਨਹੀਂ ਕਰਦਾ। ਹੁਣ ਜੇ ਸਾਡਾ ਆਪਣਾ ਮੁਲਕ ਹੁੰਦਾ, ਇਹ ਜ਼ਲਾਲਤ ਨਹੀਂ ਸੀ ਕਰਨੀ ਪੈਂਦੀ ਕਿ ਗਿਆਨੀ ਜ਼ੈਲ ਸਿੰਘ ਵੀ ਪ੍ਰੈਜ਼ੀਡੈਂਟ ਰਹੇ ਹੈ, ਸਰਦਾਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਹੇ ਹੈ, ਇਹ ਵੀ ਫਰਾਂਸ ਗਏ। ਪਰ ਇਹਨਾਂ ਦੀ ਹਿੰਮਤ ਨਹੀਂ ਪਈ ਕਿ ਅਸੀਂ ਫਰਾਂਸ ਦੇ ਪ੍ਰਾਈਮ ਮਿਨਿਸਟਰ ਹਕੂਮਤ ਨੂੰ ਕਹਿ ਸਕੀਏ ਕਿ ਸਿੱਖ ਸਾਫਾ ਕਿਉਂ ਨਹੀਂ ਪਹਿਨ ਸਕਦੇ। ਹੁਣ ਆਹ ਇਲੈਕਸ਼ਨ ਹੋਏ ਹੈ ਕਿ ਇੱਥੇ ਕਹਿੰਦੇ ਹੈ ਕਿ ਪ੍ਰੈਸ ਦੀ ਆਜ਼ਾਦੀ ਹੈ, ਪਰ ਕਿਸੇ ਵੀ ਪ੍ਰੈਸ ਨੇ ਕਦੇ ਅਮਰਗੜ੍ਹ ਦੀ ਖਬਰ ਦਿੱਤੀ ਹੈ? ਜਿਹੜੇ ਦਿੱਲੀ ਤੋਂ ਟੈਲੀਵਿਜ਼ਨ ਚੱਲਦੇ ਹੈ, ਉਹਨਾਂ ਨੇ ਕਦੇ ਵੀ ਸਾਡੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਇਲੈਕਸ਼ਨਾਂ ਦੇ ਦੌਰਾਨ? ਆਪਾਂ ਨੇ ਇਹੋ ਜਿਹੇ ਨੁਮਾਇੰਦੇ ਚੁਣੇ ਹੈ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਨਹੀਂ ਕਰਨਗੇ ਕਿ ਕਿਵੇਂ ਉਹ ਸ਼ਹੀਦ ਹੋਏ, ਕਿੱਥੇ ਉਹਨਾਂ ਦਾ ਸੰਸਕਾਰ ਹੋਇਆ, ਕਿੱਥੇ ਉਹਨਾਂ ਦਾ ਭੋਗ ਪਿਆ, ਕਿੱਥੇ ਫੁੱਲ ਪਏ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਤੋਂ ਲੁਕੀਆਂ ਹੋਈਆਂ, ਜਿਹੜੀਆਂ ਗੱਲਾਂ ਅਸੈਂਬਲੀ 'ਚ ਹੋਣੀਆਂ ਚਾਹੀਦੀਆਂ, ਉਹ ਆਮ ਆਦਮੀ ਪਾਰਟੀ ਜਿਹੜਾ ਇੱਕ ਦੂਜਾ ਰੁੱਖ ਹੈ BJP RSS ਜਾਂ ਕਾਂਗਰਸ ਦਾ, ਉਹਨਾਂ ਦੇ ਨੁਮਾਇੰਦੇ ਕਿਵੇਂ ਕਰਨਗੇ? ਜ਼ਿੰਮੇਵਾਰ ਕੌਣ ਹੈ? ਜਿਹੜੇ MLA ਚੁਣੇ ਹੈ ਉਹ ਹੈ? ਉਹ ਤਾਂ ਨਹੀਂ, ਚੁਣੇ ਤਾਂ ਆਪਾਂ ਨਹੀਂ ਹੈ, ਆਪਾਂ ਜ਼ਿੰਮੇਵਾਰ ਹੈ। ਹੁਣ ਆਹ ਜਿਹੜੀਆਂ ਮਸ਼ੀਨਾਂ EVM ਹੈਗੀਆਂ, ਇਹਨਾਂ ਨੇ ਇਹਨਾਂ ਦੇ ਵਿੱਚ ਟਿਪ ਇਹੋ ਜਿਹੇ ਲਾਏ ਸੀ ਕਿ ਕੋਈ ਪਾਰਟੀ ਹਕੂਮਤ ਦੇ ਵਿੱਚ ਨਾ ਆਏ ਜਿਹੜੀ ਕਿ ਜਿਹਦੇ ਨਾਲ ਇਹ ਸਮਝਦੇ ਹੈ ਕਿ ਪਾਕਿਸਤਾਨ ਦਾ ਅਸਰ ਰਸੂਖ ਸਾਡੇ ਪੰਜਾਬ ਦੇ ਵਿੱਚ ਨਾ ਆ ਗਿਆ। ਇਹਨਾਂ ਦੀ ਸਲਾਹ ਦੇ ਨਾਲ ਇਹਨਾਂ ਨੇ ਵੋਟਾਂ ਘੱਟ ਪਵਾਈਆਂ, ਜਾਂ ਜਿਹੜੀਆਂ ਪਵਾਈਆਂ ਉਹ ਆਮ ਆਦਮੀ ਪਾਰਟੀ ਦੇ ਹਿੱਤ ਦੇ ਵਿੱਚ ਪਵਾਈਆਂ, ਕਿਉਂ ਕਰਕੇ ਆਮ ਆਦਮੀ ਪਾਰਟੀ ਇੱਕ ਦਿੱਲੀ ਦੀ ਇੰਨੀਆਂ ਵੋਟਾਂ ਨਹੀਂ ਲੈ ਕੇ ਜਾ ਸਕਦੀ ਸਾਡੇ ਦਿਹਾਤੀ ਇਲਾਕਿਆਂ ਦੇ ਵਿੱਚ। ਹੁਣ ਮੈਨੂੰ ਕਹਿੰਦੇ ਆ ਜਿੱਥੇ ਮੈਂ ਜਾਂਦਾ, ਮਾਨ ਸਾਹਿਬ ਤੁਸੀਂ ਸਾਡੇ ਇਲਾਕੇ 'ਚ ਨਹੀਂ ਆਏ। ਜਦ ਮੈਂ ਜਾਂਦਾ ਪਰ ਮੈਂ ਪੁੱਛਦਾ ਕਿ ਕੇਜਰੀਵਾਲ ਕਦੋਂ ਤੁਹਾਡੇ ਇਲਾਕੇ 'ਚ ਆਇਆ ਸੀਗਾ? ਜਿਨ੍ਹਾਂ ਦੇ ਬਕਸੇ ਤੁਸੀਂ ਭਰ ਦਿੰਦੇ ਹੋ, ਬਟਨ ਖਿੱਚੀ ਜਾਂਦੇ ਹੋ। ਵਾਰਸ ਪੰਜਾਬ ਦੇ ਪ੍ਰਧਾਨ ਬਣੇ ਹੈ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਬਿਆਨ ਦਿੱਤਾ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ 5 ਲੱਖ ਦੇ ਕਰੀਬ ਵੋਟ ਸਾਰੇ ਪੰਜਾਬ ਦੇ ਵਿੱਚ ਪਈ ਹੈ। ਉਹਨਾਂ ਨੇ ਕਿਹਾ ਜਿਹਦਾ ਮਤਲਬ ਹੈ ਕਿ 5 ਲੱਖ ਸਿੱਖ ਜਾਂ ਪੰਜਾਬੀ ਖਾਲਿਸਤਾਨ ਚਾਹੁੰਦਾ। ਜੇ ਇਹ ਜੰਗ ਜਿੱਤਿਆ ਨਹੀਂ ਹੈ, ਪਰ ਅਸੀਂ ਸਿੱਖ ਕਦੇ ਵੀ ਆਪਣੀ ਹਾਰ ਨੂੰ ਮੰਨਦੇ ਨਹੀਂ, ਅਸੀਂ ਹਾਰ ਨਹੀਂ ਮੰਨਦੇ ਹੈ। ਆਪ ਜੀ ਦਾ ਇੱਥੇ ਆਉਣ 'ਤੇ ਹਾਰਦਿਕ ਸਵਾਗਤ ਹੈ। ਬਾਹਰੋਂ ਵੀ ਆਏ ਹੈ, ਇਸ ਇਲਾਕੇ 'ਚ ਵੀ ਹੈ। ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ। ਜਿਹੜਾ
अपना इलैक्शन होया, ये एक लड़ाई सी। लड़ाई दे विच सिख कौम हमेशा हिस्सा लेंदी है, बेशक उसकी सरकार होवे या ना होवे। अंग्रेज़ों के वेले अंग्रेज़ सरकार सी, उस वेले भी दुनिया के पहले जंग के विच सिखां ने बहुत भारी बहादुरी दिखाई। दूजे दुनिया के जंग के विच उत्थे भी बहुत भारी सिखां ने बहादुरियां दिखाइयां ते फ्रांस नूं जर्मनी तो रिहा करवाया, नहीं तो जर्मन का कब्जा फ्रांस के उत्ते सीगा। पर बदकिस्मती है कि आप अपना अजे तक मुल्क नहीं बना सके हैगे। जे मुल्क बनता तो आप फ्रांस नूं कह सकते सीगे कि जदों तुहाडे उत्ते विपता आई है, पहले संसार के जंग दे विच ते दूजे संसार के जंग दे विच तां सिखां ने फौजां ने तुहानूं जर्मन की हुकूमत तो रिहा कराया ते तुहाडे देश नूं आज़ाद कराया। पर अफसोस है कि अज भी फ्रांस ये जिहड़ी आपां ने कुर्बानी की है, जिहड़े एहसान फ्रांस के उत्ते चाढ़े है, ये अजे तक फ्रांस कबूल नहीं करता। क्यों करके सानू उत्थे हुक्म है कि जिहड़े साडे बच्चे स्कूल जाते हैं या सरकारी नौकरी करते हैं, वो साफा नहीं पहन सकते। हुण जे साडा अपना मुल्क हुंदा, ये जलालत नहीं सी करनी पैंदी। हुण तुहानूं पता है कि दक्षिण एशिया दे विच सारे मुसलमान, हिंदू, सिख, ईसाई कबीले वो अपने सिर के उत्ते साफा पहन के बाहर अंदर जाते हैं। पर फ्रांस नहीं मानता कि सिख अपने फ्रांस दे विच अपना साफा पहनन। उत्थे सरदार मनमोहन सिंह जी 2 बारी गए है फ्रांस दे विच, ते बहुत बड़ा व्यापार असले का फ्रांस के नाल इंडिया का हुंदा है। जिहड़े नवे हवाई जहाज हैं, पनडुब्बियां हैगियां, ये सारियां फ्रांस तो आउंदियां। पर किसी की हिम्मत नहीं है कि असी फ्रांस नूं कहिए कि असी सारा जंग का समान तुहाडे मुल्क तो खरीदते हैं, तो जिहड़े साडे सिख हैं उन्हां नूं तुसीं साफा नहीं पहनण दिंदे। ये ठीक है कि ज्ञानी जैल सिंह भी प्रेजिडेंट रहे हैं, सरदार मनमोहन सिंह प्राइम मिनिस्टर रहे हैं, ये भी फ्रांस गए, पर इन्हां दी हिम्मत नहीं पई कि असी फ्रांस दे प्राइम मिनिस्टर हुकूमत नूं कह सकीए कि सिख साफा क्यों नहीं पहन सकते। सिख साफा दस्तार क्यों नहीं सजा सकते। ये तां नहीं हो सकता क्यों करके जिहड़ी किसी मुल्क की पॉलिसी हुंदी है, जिहदे तहत वो मुल्क की पॉलिसी बनती है विदेशी या डिफेंस की या गृह की, उहदे मुताबिक ही प्राइम मिनिस्टर ते प्रेजिडेंट को चलना पैंदा है। हुण जे ये मुल्क हिंदुत्व का मुल्क है, तो फिर बेशक आप प्राइम मिनिस्टर अपना सिख मनमोहन सिंह बना लीए या प्रेजिडेंट ज्ञानी जैल सिंह बना दिए, ये इस मुल्क हिंदुत्व के मुल्क
ਦੀ ਪਾਲਿਸੀ ਦੇ ਖਿਲਾਫ ਨਹੀਂ ਚੱਲ ਸਕਦੇ ਹੈਗੇ। ਜਿੰਨਾ ਚਿਰ ਆਪਾਂ ਸਿੱਖ ਇਹ ਨਹੀਂ ਸਮਝਾਂਗੇ ਉਨਾ ਚਿਰ ਅਸੀਂ ਦੁੱਧਾਂ ਦੇ ਵਿੱਚ ਫਿਰਦੇ ਰਹਾਂਗੇ। ਹੁਣ ਜੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਚੁਣਾਇਆ ਗਿਆ, ਜਿਹੜਾ ਸੂਬਾ ਸਰਹੰਦ ਸੀਗਾ ਵਜੀਦ ਖਾਨ, ਉਹਨਾਂ ਨੂੰ ਵਜੀਦ ਖਾਨ ਨੇ ਕਿਹਾ ਕਿ ਤੁਹਾਨੂੰ ਅਸੀਂ ਬੇਗਮਾਂ ਵੀ ਦੇਵਾਂਗੇ, ਨਵਾਬੀਆਂ ਵੀ ਦੇਵਾਂਗੇ ਜੇ ਤੁਸੀਂ ਇਸਲਾਮ ਕਬੂਲ ਕਰ ਲਓਗੇ। ਪਰ ਮਾਸੂਮ ਛੋਟੇ ਸਾਹਿਬਜ਼ਾਦਿਆਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਹੈ, ਇਨ ਗਰੀਬ ਸਿੱਖੋਂ ਕੋ ਦੂ ਬਾਦਸ਼ਾਹੀ। ਬਾਦਸ਼ਾਹੀ ਬਹੁਤ ਉੱਚੀ ਹੁੰਦੀ ਹੈ, ਨਵਾਬੀ ਹੁੰਦੀ ਹੈ ਜਿਵੇਂ ਚੀਫ ਮਿਨਿਸਟਰ ਹੁੰਦਾ ਹੈ, ਤੇ ਬਾਦਸ਼ਾਹੀ ਹੁੰਦੀ ਹੈ ਜਿਵੇਂ ਮੋਦੀ ਹੈ ਜਾਂ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਹੈ। ਇਹਨਾਂ ਦੇ ਕੋਲੇ ਬਾਦਸ਼ਾਹੀਆਂ ਹੈਗੀਆਂ। ਛੋਟੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਨਵਾਬੀਆਂ ਨਹੀਂ ਲੈਂਦੇ, ਨਾ ਤੁਹਾਡੀਆਂ ਬੇਗਮਾਂ ਲੈਂਦੇ। ਜੇ ਉਹ ਸਮਝ ਸਕਦੇ ਸੀ, ਅੱਜ ਕਿੰਨੇ ਸਾਲ ਹੋ ਗਏ ਹੈ ਜਦ ਇਸ ਹਿੰਦੂਤਵਾ ਦੇਸ਼ ਨੂੰ ਆਜ਼ਾਦੀ ਮਿਲੀ ਹੈ, ਪਰ ਆਪਣੇ ਵਿੱਚ ਅਜੇ ਸਮਝ ਹੀ ਨਹੀਂ ਹੈ ਕਿ ਅਸੀਂ ਚੀਫ ਮਿਨਿਸਟਰੀਆਂ ਵੱਲ ਭੱਜਦੇ ਹਾਂ, ਹੋਰ ਇਹੋ ਜਿਹੀਆਂ ਚੀਜ਼ਾਂ ਲਈ ਭੱਜਦੇ ਹਾਂ, ਅਤੇ ਜਦ ਜਿੱਥੇ ਪਾਲਿਸੀ ਬਣਨੀ ਹੈ ਉਹ ਸਾਡੇ ਹੱਥ ਦੇ ਵਿੱਚ ਨਹੀਂ ਹੈ। ਜੇ ਅਸੀਂ ਪ੍ਰਾਈਮ ਮਿਨਿਸਟਰ ਵੀ ਬਣ ਜਾਈਏ ਤਾਂ ਜਿਹੜੀ ਹੁਕੂਮਤ ਹੈ ਹਿੰਦੂਤਵਾ ਦੀ ਪਾਲਿਸੀ ਉਹ ਚੱਲੂਗੀ, ਅਤੇ ਜੇ ਅਸੀਂ ਪ੍ਰਾਈਮ ਮਿਨਿਸਟਰ ਬਣਾਂਗੇ ਫਿਰ ਉਸ ਪਾਲਿਸੀ ਨੂੰ ਚਲਾਵਾਂਗੇ ਅਤੇ ਲਾਗੂ ਕਰਾਵਾਂਗੇ। ਇਸੇ ਕਰਕੇ ਜੈਨੀ ਜ਼ੈਲ ਸਿੰਘ ਨੇ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜ੍ਹੀਆਂ, ਉਹ ਹਿੰਦੂਤਵਾ ਦੇਸ਼ ਦੀ ਪਾਲਿਸੀ ਸੀ। ਪ੍ਰੈਜ਼ੀਡੈਂਟ ਜ਼ੈਲ ਸਿੰਘ ਇਸ ਇੰਡੀਆ ਦਾ ਪ੍ਰੈਜ਼ੀਡੈਂਟ ਸੀਗਾ, ਉਹ ਨਹੀਂ ਕਹਿ ਸਕਿਆ ਕਿ ਇਹ ਚੀਜ਼ ਫੌਜੀ ਹਮਲਾ ਦਰਬਾਰ ਸਾਹਿਬ ਦੇ ਉੱਤੇ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ਾਂ ਆਪਾਂ ਨੂੰ ਕੌਮੀਅਤ ਦੇ ਬਾਰੇ ਸਮਝਣੀਆਂ ਪੈਣੀਆਂ ਕਿ ਕੌਮੀਅਤ ਕੀ ਹੁੰਦੀ ਹੈ ਅਤੇ ਮੁਲਕ ਕੀ ਹੁੰਦੇ ਹੈ, ਅਤੇ ਜਿਹੜੇ ਗੁਲਾਮ ਹੁੰਦੇ ਹੈ ਉਹ ਕੀ ਹੁੰਦੇ ਹੈ। ਹੁਣ ਆਹ ਇਲੈਕਸ਼ਨ ਹੋਏ ਹੈ ਕਿ ਇੱਥੇ ਕਹਿੰਦੇ ਹੈ ਕਿ ਪ੍ਰੈਸ ਦੀ ਆਜ਼ਾਦੀ ਹੈ, ਪਰ ਕਿਸੇ ਵੀ ਪ੍ਰੈਸ ਨੇ ਕਦੇ ਅਮਰਗੜ੍ਹ ਦੀ ਖਬਰ ਦਿੱਤੀ ਹੈ? ਟ੍ਰਿਬਿਊਨ ਹੋ ਜੇ, ਇੰਡੀਅਨ ਐਕਸਪ੍ਰੈਸ ਹੋ ਜੇ, ਟਾਈਮਸ ਆਫ ਇੰਡੀਆ ਹੋ ਜੇ, ਹਿੰਦੁਸਤਾਨ ਟਾਈਮਸ ਹੋ ਜੇ, UNI ਹੋ ਜੇ, PTI ਹੋਵੇ, ਜਿਹੜੇ ਦਿੱਲੀ ਤੋਂ ਟੈਲੀਵਿਜ਼ਨ ਚੱਲਦੇ ਹੈ, ਉਹਨਾਂ ਨੇ ਕਦੇ ਵੀ ਸਾਡੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਇਲੈਕਸ਼ਨਾਂ ਦੇ ਦੌਰਾਨ? ਨਹੀਂ ਕੀਤੀ। ਕਿਉਂ ਕਰਕੇ ਸਾਡਾ ਰਾਜ ਇਸ ਮੁਲਕ ਦੇ ਵਿੱਚ ਹੈ ਨਹੀਂਗਾ, ਅਤੇ ਸਾਡੇ ਨੁਮਾਇੰਦੇ ਵੀ ਜਿਹੜੇ ਜਾਂਦੇ ਹੈ, ਹੁਣ ਆਪਾਂ ਨੇ 117 ਨੁਮਾਇੰਦੇ ਚੁਣੇ, ਉਹਨਾਂ ਨੇ ਅਸੈਂਬਲੀ ਦੇ ਵਿੱਚ ਜਾਣਾ। ਆਪਾਂ ਨੇ ਇਹੋ ਜਿਹੇ ਨੁਮਾਇੰਦੇ ਚੁਣੇ ਹੈ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਨਹੀਂ ਕਰਨਗੇ ਕਿ ਕਿਵੇਂ ਉਹ ਸ਼ਹੀਦ ਹੋਏ, ਕਿੱਥੇ ਉਹਨਾਂ ਦਾ ਸੰਸਕਾਰ ਹੋਇਆ, ਕਿੱਥੇ ਉਹਨਾਂ ਦਾ ਭੋਗ ਪਿਆ, ਕਿੱਥੇ ਫੁੱਲ ਪਏ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਤੋਂ ਲੁਕੀਆਂ ਹੋਈਆਂ, ਜਿਹੜੀਆਂ ਗੱਲਾਂ ਅਸੈਂਬਲੀ 'ਚ ਹੋਣੀਆਂ ਚਾਹੀਦੀਆਂ, ਉਹ ਆਮ ਆਦਮੀ ਪਾਰਟੀ ਜਿਹੜਾ ਇੱਕ ਦੂਜਾ ਰੁੱਖ ਹੈ BJP RSS ਜਾਂ ਕਾਂਗਰਸ ਦਾ, ਉਹਨਾਂ ਦੇ ਨੁਮਾਇੰਦੇ ਕਿਵੇਂ ਕਰਨਗੇ? ਕਿਉਂ ਕਰਕੇ ਇਹ ਬਖਸ਼ ਖੋਲ੍ਹੇ ਹੈ, ਇਹ ਗੱਲ ਕਦੇ ਹੋਊਗੀ? ਨਹੀਂ ਹੋਊਗੀ। ਜ਼ਿੰਮੇਵਾਰ ਕੌਣ ਹੈ?
ਜਿਹੜੇ MLA ਚੁਣੇ ਹੈ ਉਹ ਹੈ, ਉਹ ਤਾਂ ਨਹੀਂ, ਚੁਣੇ ਤਾਂ ਆਪਾਂ ਨੇ ਹੈ, ਆਪਾਂ ਜ਼ਿੰਮੇਵਾਰ ਹੈ। ਤੋ ਐ ਦੱਸੋ ਕਿ ਹੁਣ ਰੌਲਾ ਪਿਆ ਸੀਗਾ ਕਿ ਜਿਹੜੇ ਡੈਮਸ ਹੈਗੇ ਹੈ ਭਾਖੜਾ ਦੇ ਉੱਤੇ, ਬਿਆਸ ਦੇ ਉੱਤੇ, ਰਾਵੀ ਦੇ ਉੱਤੇ, ਚਨਾਬ ਦੇ ਉੱਤੇ, ਉਹਨਾਂ ਦੇ ਉੱਤੇ ਡੈਮਾਂ ਨੇ। ਹੁਣ ਜੇ ਡੈਮਾਂ ਉਹਨਾਂ ਦੇ ਉੱਤੇ ਹੈਗੀਆਂ 1900 ਮੇਰਾ ਖਿਆਲ 88 ਦੇ ਵਿੱਚ ਜਦੋਂ ਸਿੱਖਾਂ ਦੀ ਲਹਿਰ ਆਜ਼ਾਦੀ ਦੀ ਜੋਬਨ ਦੇ ਵਿੱਚ ਸੀਗੀ, ਉਦੋਂ ਸਿੱਖਾਂ ਨੂੰ ਡਰਾਉਣ ਦੇ ਲਈ ਇੰਡੀਆ ਨੇ ਭਾਖੜੇ ਦੇ ਗੇਟ ਖੋਲ੍ਹਤੇ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਫਲੱਡ ਅਤੇ ਹੜ੍ਹ ਆ ਗਏ। ਉਹ ਸਿਰਫ ਉਹ ਟ੍ਰੇਲਰ ਸੀਗਾ ਸਾਨੂੰ ਦੱਸਣ ਦੇ ਲਈ ਕਿ ਜੇ ਤੁਸੀਂ ਬੰਦਿਆਂ ਦੇ ਪੁੱਤ ਨਹੀਂ ਬਣੋਗੇ ਫਿਰ ਤੁਹਾਨੂੰ ਬਗੈਰ ਪਰਮਾਣੂ ਹਥਿਆਰਾਂ ਤੋਂ, ਬਗੈਰ ਤੋਪਾਂ ਤੋਂ ਅਸੀਂ ਸਾਰੇ ਗੇਟ ਜਿਹੜੇ ਹੈਗੇ ਹੈ ਬਿਆਸ ਦੇ, ਸਤਲੁਜ ਦੇ, ਰਾਵੀ ਦੇ, ਚਨਾਬ ਦੇ, ਇਹ ਖੋਲ੍ਹ ਕੇ ਤੁਹਾਨੂੰ ਰੋੜ ਦੇਵਾਂਗੇ। ਜਿੰਨਾ ਚਿਰ ਅਮਰੀਕਾ ਦਾ ਕਬਜ਼ਾ ਅਫਗਾਨਿਸਤਾਨ 'ਤੇ ਹੈ, ਉਦੋਂ ਵੀ ਇੰਡੀਆ ਨੇ ਜਿੰਨੇ ਵੀ ਦਰਿਆ ਸੀਗੇ ਅਫਗਾਨਿਸਤਾਨ ਦੇ ਵਿੱਚ, ਉੱਥੇ ਡੈਮਾਂ ਬਣਾ ਕੇ, ਜਿਹਦਾ ਮਤਲਬ ਹੈ ਕਿ ਜਿਹੜੇ ਅਸੀਂ ਪੰਜਾਬੀ ਹੈ ਇਸ ਇੰਡਸ ਬੇਸਿਨ ਦੇ ਵਿੱਚ ਰਹਿੰਦੇ, ਇਹ ਇੱਕੋ ਵਾਰੀ ਅਫਗਾਨਿਸਤਾਨ ਅਤੇ ਪੰਜਾਬ ਅਤੇ ਕਸ਼ਮੀਰ ਦੇ ਗੇਟ ਖੋਲ੍ਹ ਕੇ ਸਾਨੂੰ ਸਾਰਿਆਂ ਨੂੰ ਰੋੜ ਕੇ ਖਾਤਮਾ ਸਾਡਾ ਹੋ ਸਕਦਾ ਹੈਗਾ। ਇਸੇ ਚੀਜ਼ ਤੋਂ ਡਰਦੇ ਇਹਨਾਂ ਨੇ ਹੁਣ ਆਹ ਜਿਹੜੀਆਂ ਮਸ਼ੀਨਾਂ EVM ਹੈਗੀਆਂ, ਇਹਨਾਂ ਨੇ ਇਹਨਾਂ ਦੇ ਵਿੱਚ ਚਿੱਪ ਇਹੋ ਜਿਹੇ ਲਾਏ ਸੀ ਕਿ ਕੋਈ ਪਾਰਟੀ ਹਕੂਮਤ ਦੇ ਵਿੱਚ ਨਾ ਆਏ ਜਿਹੜੀ ਕਿ ਜਿਹਦੇ ਨਾਲ ਇਹ ਸਮਝਦੇ ਆ ਕਿ ਪਾਕਿਸਤਾਨ ਦਾ ਅਸਰ ਰਸੂਖ ਸਾਡੇ ਪੰਜਾਬ ਦੇ ਵਿੱਚ ਨਾ ਆ ਜਾਏ। ਹੁਣ ਇਹਨਾਂ ਨੂੰ ਸਮਝ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਨਾ ਅਸੀਂ ਹਿੰਦੂ ਹੈ ਨਾ ਅਸੀਂ ਮੁਸਲਮਾਨ ਹਾਂ, ਅਤੇ ਅਸੀਂ ਵਿੱਚ ਹੈ ਇਹਨਾਂ ਦੇ, ਅਤੇ ਅਸੀਂ ਮੁਸਲਮਾਨ ਤੋਂ ਵੀ ਦੂਰ ਹੈ ਅਤੇ ਹਿੰਦੂ ਤੋਂ ਵੀ ਦੂਰ ਹੈ। ਇਹ ਸਮਝ ਨਹੀਂ ਹੈ, ਪਰ ਇਹ ਸਮਝਦੇ ਹੈ ਕਿ ਜੇ ਇੱਥੇ ਕਮਜ਼ੋਰ ਸਰਕਾਰ ਆ ਗਈ ਅਤੇ ਫਿਰ ਪਾਕਿਸਤਾਨ ਦਾ ਅਸਰ ਰਸੂਖ ਪੰਜਾਬ ਦੇ ਵਿੱਚ ਵੱਧ ਜਾਊਗਾ, ਜਿਹਦੇ ਨਾਲ ਇਹਨਾਂ ਨੇ EVM ਮਸ਼ੀਨਾਂ ਸੈੱਟ ਕੀਤੀਆਂ। ਹੁਣ ਇਲੈਕਸ਼ਨ ਪੰਜਾਬ ਦੇ ਵਿੱਚ ਵੀ ਹੋਏ ਹੈ, UP ਦੇ ਵਿੱਚ ਵੀ ਹੋਏ ਹੈ, ਮਣੀਪੁਰ ਦੇ ਵਿੱਚ ਵੀ ਹੋਏ ਹੈ, ਉੱਤਰਾਖੰਡ ਦੇ ਵਿੱਚ ਵੀ ਹੋਏ ਹੈ, ਗੋਆ ਦੇ ਵਿੱਚ ਵੀ ਹੋਏ ਹੈ। ਉੱਥੇ ਸਾਰੇ ਆਪਣੇ BJP ਦੇ MLA ਜਿੱਤ ਕੇ ਸਰਕਾਰਾਂ ਬਣਾ ਰਹੇ ਹੈ। ਫਿਰ ਇਹ ਜਿਹੜੇ ਚੀਫ ਮਿਨਿਸਟਰ ਬਣਨਗੇ, ਇਹ ਕੀ ਵੋਟਰਾਂ ਦੇ ਬਣਨਗੇ? ਨਹੀਂ, ਇਹ EVM ਮਸ਼ੀਨਾਂ ਦੇ ਬਣਾਏ ਹੋਏ ਚੀਫ ਮਿਨਿਸਟਰ ਇਨ ਸੂਬਿਆਂ ਦੇ ਬਣਾਏ ਜਾਣਗੇ। ਜਿਹੜਾ EVM ਮਸ਼ੀਨਾਂ ਨੇ ਫੈਸਲਾ ਕੀਤਾ ਹੈ, ਨਾ ਕਿ ਇੱਥੋਂ ਦੇ ਲੋਕਾਂ ਨੇ ਫੈਸਲਾ ਕੀਤਾ ਹੈ, ਇਹ ਉਹ ਚੀਫ ਮਿਨਿਸਟਰ ਇਹਨਾਂ ਸੂਬਿਆਂ ਦੇ ਬਣਾਏ ਜਾਣਗੇ। ਸੋ ਇਹ ਤੁਸੀਂ ਸੋਚੋ, ਆਪਾਂ ਬਹੁਤ ਤਕੜੇ ਹੋ ਕੇ, ਸਾਡੀ ਜਥੇਬੰਦੀ ਇੱਥੇ ਕਮਜ਼ੋਰ ਸੀ ਜਦੋਂ ਮਾਸਟਰ ਜੀ ਨੇ ਤੇ ਪੱਪੂ ਜੀ ਨੇ ਤੇ ਜੋਤੀ ਜੀ ਨੇ ਤੇ ਹੋਰਾਂ ਨੇ ਸਲਾਹ ਕੀਤੀ ਕਿ ਮੈਨੂੰ ਇੱਥੇ ਖੜਾ ਕਰਨਾ ਹੈ। ਅਸੀਂ ਦਿਨ ਰਾਤ ਇੱਕ ਹੋ ਕੇ ਇਹ ਜਥੇਬੰਦੀ ਨੂੰ ਤਕੜਾ ਕੀਤਾ, ਜਿਹਦੇ ਨਾਲ ਆਪਾਂ ਨੂੰ 41,000 ਵੋਟ ਪਿਆ, ਜੋ ਕਿ ਥੋੜਾ ਨਹੀਂ ਹੈ। ਇਹ ਜਿੱਤ ਦਾ ਨੰਬਰ ਹੁੰਦਾ ਹੈ, ਪਰ ਕਿਉਂ ਕਰਕੇ ਕਾਂਗਰਸ ਤੇ ਬਾਦਲ ਦਲੀਆਂ ਦੀ ਸਲਾਹ ਹੋ ਗਈ ਕਿ ਜੇ ਅਸੀਂ ਇਕੱਠੇ ਨਾ ਹੋਏ ਤਾਂ ਫਿਰ ਅਕਾਲੀ ਦਲ ਅੰਮ੍ਰਿਤਸਰ ਦਾ ਨੁਮਾਇੰਦਾ ਜਿੱਤੂਗਾ।
ਇਹਨਾਂ ਦੀ ਸਲਾਹ ਦੇ ਨਾਲ ਇਹਨਾਂ ਨੇ ਵੋਟਾਂ ਘੱਟ ਪਵਾਈਆਂ ਜਾਂ ਜਿਹੜੀਆਂ ਪਵਾਈਆਂ ਉਹ ਆਮ ਆਦਮੀ ਪਾਰਟੀ ਦੇ ਹਿੱਤ ਦੇ ਵਿੱਚ ਪਵਾਈਆਂ, ਕਿਉਂ ਕਰਕੇ ਆਮ ਆਦਮੀ ਪਾਰਟੀ ਇੱਕ ਦਿੱਲੀ ਦੀ ਇੰਨੀਆਂ ਵੋਟਾਂ ਨਹੀਂ ਲੈ ਕੇ ਜਾ ਸਕਦੀ ਸਾਡੇ ਦਿਹਾਤੀ ਇਲਾਕਿਆਂ ਦੇ ਵਿੱਚ, ਇਹ ਮੁਮਕਿਨ ਨਹੀਂ ਹੈ। ਹੁਣ ਮੈਨੂੰ ਕਹਿੰਦੇ ਆ ਜਿੱਥੇ ਮੈਂ ਜਾਂਦਾ ਮਾਨ ਸਾਹਿਬ ਤੁਸੀਂ ਸਾਡੇ ਇਲਾਕੇ 'ਚ ਨਹੀਂ ਆਏ, ਜਦ ਮੈਂ ਜਾਂਦਾ ਪਰ ਮੈਂ ਪੁੱਛਦਾ ਕਿ ਕੇਜਰੀਵਾਲ ਕਦੋਂ ਤੁਹਾਡੇ ਇਲਾਕੇ 'ਚ ਆਇਆ ਸੀਗਾ, ਜਿਨ੍ਹਾਂ ਦੇ ਬਕਸੇ ਤੁਸੀਂ ਭਰ ਦਿੰਦੇ ਹੋ, ਬਟਨ ਖਿੱਚੀ ਜਾਂਦੇ ਹੋ, ਅਤੇ ਮਹਾਰਾਜਾ ਪਟਿਆਲਾ ਕਦੋਂ ਆਇਆ ਸੀ ਤੁਹਾਡੇ ਇਲਾਕੇ 'ਚ, ਹੈ ਨਾ। ਸੋ ਇਹ ਵੀ ਚੀਜ਼ ਹੈ ਕਿ ਤੂੰ ਸਾਡੇ ਇਲਾਕੇ 'ਚ ਨਹੀਂ ਆਇਆ, ਇਸ ਕਰਕੇ ਅਸੀਂ ਤੇਰੀ ਪਾਰਟੀ ਦੇ ਨਾਲ ਨਹੀਂ ਚੱਲ ਸਕਦੇ ਹੈਗੇ। ਪਰ ਕੇਜਰੀਵਾਲ ਕਿੱਥੇ ਆਇਆ? ਆ 5 ਸਾਲ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨਹੀਂ ਕਿਤੇ ਗਏ, ਕੋਈ ਕਿਤੇ ਗਿਆ ਨਹੀਂ ਹੈ। ਅਤੇ ਫਿਰ ਇਹੋ ਜਿਹੇ ਇਲਜ਼ਾਮ ਲਾ ਦੇਣੇ ਕਿ ਤੂੰ ਤਾਂ ਆਇਆ ਨਹੀਂ, ਜਦ ਕਿ ਮੈਂ ਸਾਰੇ ਫਿਰਦਾ ਤੁਰਦਾ ਰਹਿੰਦਾ, ਘਰੇ ਬੈਠਦਾ ਨਹੀਂ। ਅਤੇ ਇਸ ਤਰ੍ਹਾਂ ਦੇ ਇਲਜ਼ਾਮ ਇਹ ਜਾਣ ਕੇ ਲਗਵਾਉਂਦੇ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਆਦਮੀ ਨੂੰ ਆਪਾਂ ਹੇਠਾਂ ਦਿਖਾਈਏ ਕਿ ਇਹ ਕਾਬਿਲ ਨਹੀਂ ਹੈ ਵੋਟ ਲੈਣ ਦੇ ਜਾਂ ਸਰਕਾਰ ਬਣਾਉਣ ਦੇ, ਜਾਂ ਕਿਰਪਾਨ ਦਾ ਬਹਾਨਾ ਲਾ ਦੇਣਗੇ ਕਿ ਕਿਰਪਾਨ ਪਾਰਲੀਮੈਂਟ ਲਿਜਾਣ ਦਾ ਕੀ ਫਾਇਦਾ ਸੀਗਾ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਸਾਡਾ ਅੰਗ ਹੈ, ਇਹ ਸਾਨੂੰ ਸੰਵਿਧਾਨ ਦੇ ਵਿੱਚ ਇਹ ਰਿਆਇਤ ਮਿਲੀ ਹੋਈ ਹੈ ਕਿ ਅਸੀਂ ਕਿਰਪਾਨ ਪਹਿਨ ਵੀ ਸਕਦੇ ਹਾਂ, ਜਿਵੇਂ ਮੈਂ ਪਹਿਨੀ ਹੋਈ ਹੈ, ਅਤੇ ਲੈ ਕੇ ਜਾ ਵੀ ਸਕਦੇ ਹਾਂ। ਇਹ ਸਾਡਾ ਹੱਕ ਹੈ। ਜੇ ਤੁਸੀਂ ਆਪਣਾ ਲਾਇਸੈਂਸ ਅਸਲੇ ਦਾ ਪੜ੍ਹੋਗੇ, ਉਹਦੇ 'ਚ ਵੀ ਲਿਖਿਆ ਹੋਇਆ ਹੈ ਕਿ ਸਿੱਖ ਆਪਣੀ ਕਿਰਪਾਨ ਪਹਿਨ ਵੀ ਸਕਦੇ ਹੈ ਅਤੇ ਨਾਲ ਰੱਖ ਵੀ ਸਕਦੇ ਹੈ। ਜੇ ਦੂਜੇ ਮਜ਼ਹਬ ਦਾ ਕੋਈ ਵੀ ਕਿਰਪਾਨ ਇੱਡੀ ਫੜ ਲੂਗਾ ਤਾਂ ਉਹਦੇ 'ਤੇ ਅਸਲੇ ਦਾ ਇੱਕ ਮੁਕੱਦਮਾ ਬਣ ਸਕਦਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜੋ ਕੁਛ ਇੱਥੇ ਹੋ ਰਹੀਆਂ, ਜਿਹਦੇ ਲਈ ਆਪਾਂ ਇੱਥੇ ਲੜੇ ਸੀਗੇ। ਅਤੇ ਮੈਨੂੰ ਬਹੁਤ ਸੰਤੁਸ਼ਟੀ ਹੈ ਕਿ ਆਪਾਂ ਨੂੰ ਵੋਟਾਂ ਸਾਰੇ ਪੰਜਾਬ ਦੇ ਵਿੱਚ ਪਈਆਂ। ਹੁਣ ਜਿਹੜੇ ਸਾਡੇ ਨਵੇਂ ਵਾਰਸ ਪੰਜਾਬ ਦੇ ਪ੍ਰਧਾਨ ਬਣੇ ਹੈ, ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ 5 ਲੱਖ ਦੇ ਕਰੀਬ ਵੋਟ ਸਾਰੇ ਪੰਜਾਬ ਦੇ ਵਿੱਚ ਪਈ ਹੈ। ਉਹਨਾਂ ਨੇ ਕਿਹਾ ਜਿਹਦਾ ਮਤਲਬ ਹੈ ਕਿ 5 ਲੱਖ ਸਿੱਖ ਜਾਂ ਪੰਜਾਬੀ ਖਾਲਿਸਤਾਨ ਚਾਹੁੰਦਾ ਹੈ। ਇਹ ਵੋਟ ਬਹੁਤ ਜ਼ਿਆਦਾ ਹੋ ਜਾਣੀ ਸੀ ਜੇ ਇਹ ਮਸ਼ੀਨਾਂ ਦੇ ਵਿੱਚ ਜਿਹੜਾ ਤੁੱਕਾ ਇਹਨਾਂ ਨੇ ਲਾਇਆ ਹੈ, ਹਲਟੀ ਲਾਈ ਹੈ, ਇਹ ਜੇ ਨਾ ਲਾਉਂਦੇ, ਹਲਟੀ ਲਾ ਦਿੱਤੀ। ਸੋ ਚੈੱਕ ਕਰੋ ਬਈ, ਇਹ ਸਾਡੀਆਂ ਚੀਜ਼ਾਂ ਸੀਗੀਆਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਕਰਨੀਆਂ ਜ਼ਰੂਰੀ ਸੀਗੀ ਕਿ 18 ਤਰੀਕ ਨੂੰ ਪਿੰਦਰ ਇਹ ਤਾਂ ਹੈਗੇ ਆ, ਉੱਥੇ ਤੁਸੀਂ ਜ਼ਰੂਰ ਦਰਸ਼ਨ ਦੇਣੇ ਹੈ ਸਰ। ਕਿਉਂ ਕਰਕੇ ਉੱਥੇ ਕਿਹਾ ਜਾਂਦਾ ਹੈ ਕਿ ਜੇ 5 ਸਿੱਖ ਇਕੱਠੇ ਹੋਣ ਮਰਿਆਦਾ ਵਾਲੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਦਰਸ਼ਨ ਦੇ ਦਿੰਦੇ ਹੈ। ਸੋ ਹੋਲੇ ਮਹੱਲੇ ਦਾ ਜਿਹੜਾ ਤਿਉਹਾਰ ਹੈ ਉਹ 18 ਤਰੀਕ ਹੈ, ਉਹਦੇ ਉੱਤੇ ਆਉਣਾ ਤੁਹਾਡਾ ਬਹੁਤ ਜ਼ਰੂਰੀ ਹੈ। ਅਤੇ ਇੱਕ ਪ੍ਰਾਈਮ ਮਿਨਿਸਟਰ ਵਲੈਤ ਦਾ ਰਿਹਾ ਵਿੰਸਟਨ ਚਰਚਿਲ, ਜਿਹਨੇ ਦੁਨੀਆ ਦਾ ਦੂਜਾ ਜੰਗ ਲੜਿਆ ਵੀ ਹੈ ਅਤੇ ਜਿੱਤਿਆ ਵੀ ਹੈ। ਉਹਨੇ ਕਿਹਾ ਕਿ ਜਦੋਂ ਜੰਗ ਹੋਵੇ ਉਹਦੇ ਵਿੱਚ ਤੁਸੀਂ ਦ੍ਰਿੜਤਾ ਰੱਖੋ, ਦ੍ਰਿੜਤਾ ਦਿਖਾਓ। ਜੇ ਹਾਰ ਹੋ ਜੇ, ਹਾਰ ਮੰਨੋ ਨਾ, ਅਤੇ ਹਾਰ ਦੇ ਖਿਲਾਫ
ਬਗਾਵਤ ਕਰੋ। ਬਗਾਵਤ ਉਸ ਨੂੰ ਮੰਨਣਾ ਹੀ ਨਹੀਂ ਕਿ ਅਸੀਂ ਹਾਰੇ, ਤੇ ਜੇ ਫਤਿਹ ਹੋ ਜੇ ਫਿਰ ਤੁਸੀਂ ਦਇਆ ਦਿਖਾਓ, ਤੇ ਜੇ ਅਮਨ ਹੋ ਜੇ ਫਿਰ ਤੁਸੀਂ ਮੰਗੋ ਸਰਬੱਤ ਦਾ ਭਲਾ। ਸੋ ਇਹ ਚੀਜ਼ਾਂ ਯਾਦ ਰੱਖਣੀ ਹੈ ਕਿ ਆਪਾਂ ਨੇ ਜੇ ਇਹ ਜੰਗ ਜਿੱਤਿਆ ਨਹੀਂ ਹੈ, ਪਰ ਅਸੀਂ ਸਿੱਖ ਕਦੇ ਵੀ ਆਪਣੀ ਹਾਰ ਨੂੰ ਮੰਨਦੇ ਨਹੀਂ। ਅਸੀਂ ਹਾਰ ਨਹੀਂ ਮੰਨਦੇ ਹੈ, ਹਾਰ ਜਾਂਦੇ ਹੈ ਪਰ ਹਾਰ ਮੰਨੀ ਦੀ ਨਹੀਂ ਹੈ। ਸੋ ਦ੍ਰਿੜਤਾ ਦੇ ਨਾਲ ਆਪਾਂ ਹੁਣ ਜਿੱਥੋਂ ਚੱਲੇ ਸੀਗੇ ਆਪਾਂ ਅੱਗੇ ਵਧੀਏ। ਤੇ ਅੱਜ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਤੁਸੀਂ ਐਡੇ ਤਕੜੇ ਮੈਂਬਰ ਹੋ, ਇਹ ਪਾਰਟੀ ਅੱਜ ਸਾਰੇ ਪੰਜਾਬ ਦੀ ਵਿਰੋਧੀ ਪਾਰਟੀ ਹੈ, ਕਿਉਂ ਕਰਕੇ ਦੂਜੀਆਂ ਪਾਰਟੀਆਂ ਖਤਮ ਹੋ ਗਈਆਂ ਤੇ ਜਿਹੜੀ ਸਰਕਾਰ ਬਣੀ ਹੈ ਉਹ ਬਣੀ ਹੈ EVM ਮਸ਼ੀਨਾਂ ਦੀ ਸਰਕਾਰ ਦੇ ਵਿਰੁੱਧ ਆਪਾਂ ਨੇ ਦ੍ਰਿੜਤਾ ਦੇ ਨਾਲ ਆਪਣੇ ਜਿਹੜੇ ਹੱਕ ਹੈਗੇ ਹੈ ਉਹ ਮੰਗਣੇ ਹੈ। ਬਾਰਡਰ ਖਿਲਾਉਣੇ ਹੈ ਪਾਕਿਸਤਾਨ ਦੇ ਨਾਲ, ਸਾਰਿਆਂ ਨੂੰ ਆਪਣੀਆਂ ਨੌਕਰੀਆਂ ਦਿਵਾਉਣੀਆਂ, ਗਰੀਬੀ ਨੂੰ ਖਤਮ ਕਰਾਉਣਾ ਹੈ। ਤੇ ਜਿਹੜੇ ਹੋਰ ਸਾਡੇ ਸਕੂਲ ਤੇ ਹਸਪੀਟਲ ਹੈ, ਹੁਣ ਅਹਿਮਦਗੜ੍ਹ ਦੇ ਵਿੱਚ ਸਰਕਾਰੀ ਸਕੂਲ ਵੀ ਹੈ ਨਹੀਂ ਗਾ। ਸੋ ਸਕੂਲਾਂ ਦੇ ਉੱਤੇ, ਹਸਪਤਾਲਾਂ ਦੇ ਉੱਤੇ, ਬੇਰੁਜ਼ਗਾਰੀ ਦੇ ਉੱਤੇ, ਗਰੀਬੀ ਦੇ ਉੱਤੇ ਪੂਰਾ ਜ਼ੋਰ ਦੇ ਨਾਲ ਬੋਲਣਾ ਹੈ। ਤੇ ਇਹ ਸਰਕਾਰ ਦੇ ਹਾੜੇ ਕਢਾ ਦੇਣੇ ਹੈ ਕਿ ਇਹ ਤੁਹਾਨੂੰ ਕਰਨਾ ਹੀ ਪਊਗਾ ਜੇ ਤੁਸੀਂ ਇੱਥੇ ਰਾਜ, ਜਿਵੇਂ ਤੁਹਾਨੂੰ EVM ਮਸ਼ੀਨਾਂ ਨੇ ਦਿੱਤਾ, ਲੋਹੇ ਨੇ ਦਿੱਤਾ, ਜੇ ਤੁਸੀਂ ਕਰਨਾ। ਸੋ ਮੈਂ ਆਪ ਤਾਂ ਬਹੁਤ ਰਣੀ ਹੈ ਕਿ ਤੁਸੀਂ ਬਹੁਤ ਤਕੜੀ ਲੜਾਈ ਦਿੱਤੀ ਹੈ ਤੇ ਆਪਾਂ ਨੇ ਹਾਰ ਕਬੂਲ ਨਹੀਂ ਕੀਤੀ ਤੇ ਨਾ ਕਦੇ ਅੱਗੇ ਕਰਨੀ ਹੈ। ਇਹਨਾਂ ਸ਼ਬਦਾਂ ਦੇ ਨਾਲ ਆਪ ਨੂੰ ਜੀ ਆਇਆਂ ਕਹਿੰਦਾ ਹੋਇਆ, ਔਰ ਸਾਰੀਆਂ ਬੀਬੀਆਂ ਜਿਨ੍ਹਾਂ ਨੇ ਕੰਮ ਕੀਤਾ ਹੈ, ਜਿਹੜੇ ਅਹੁਦੇਦਾਰ ਹੈ, ਜਿਹੜੇ ਬਾਹਰੋਂ ਆਏ ਹੈ, ਇੱਥੋਂ ਉਹਨਾਂ ਨੇ ਖੰਡਾ ਚੱਕਿਆ, ਉਹਨਾਂ ਦਾ ਸਾਰਿਆਂ ਦਾ ਨਹੀਂ ਹੋਇਆ ਹੁੰਦਾ। ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।